सो बेटा सारे को एक बार दोबारा तो प्यार भरी सत श्री अकाल। मेरा नाम हरसिमरनदीप सिंह है और मैं सरकारी स्मार्ट हाई स्कूल नैन कलां डिस्ट्रिक्ट पटियाला विच एज अ मैथमेटिक्स टीचर काम कर रहे हैं। ਅੱਜ ਅਸੀਂ ਫੇਰ 10th ਕਲਾਸ ਦਾ ਜਿਹੜਾ ਬੜਾ ਇੰਪੋਰਟੈਂਟ ਟੌਪਿਕ ਹੈ ਜਿਸ ਨੂੰ ਅਸੀਂ ਕਹਿੰਦੇ ਆ ਪੇਅਰ ਆਫ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ। ਇਸ ਦੇ ਵਿੱਚ ਜਿਹੜੀਆਂ ਸਾਡੇ ਕੋਲੇ ਦੋ ਇਕੁਏਸ਼ਨਸ ਦਿੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਐਲੀਮੀਨੇਸ਼ਨ ਮੈਥਡ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਨੂੰ ਅਸੀਂ ਕਹਿੰਦੇ ਆ ਵਿਲੋਪਨ ਵਿਧੀ ਜਾਂ ਐਲੀਮੀਨੇਸ਼ਨ ਮੈਥਡ। ਲਾਸਟ ਟਾਈਮ ਜੋ ਅਸੀਂ ਕੀਤਾ ਸੀ ਉਹ ਸੀ ਸਬਸਟੀਟਿਊਸ਼ਨ ਮੈਥਡ। ਇਸ ਵਾਰ ਅਸੀਂ ਕਰਾਂਗੇ ਐਲੀਮੀਨੇਸ਼ਨ ਮੈਥਡ। ਇਹ ਕਿਸ ਤਰ੍ਹਾਂ ਕਰਾਂਗੇ ਅਸੀਂ? ਸਾਡੇ ਕੋਲੇ ਪੇਪਰ ਦੇ ਵਿੱਚ ਦੋ ਇਕੁਏਸ਼ਨਸ ਲਿਖੀਆਂ ਆ ਸਕਦੀਆਂ ਔਰ ਐਗਜ਼ਾਮੀਨਰ ਸਾਨੂੰ ਕਹੇਗਾ ਕਿ ਇਸ ਮੈਥਡ ਨਾਲ ਉਹਨਾਂ ਦਾ ਹੱਲ ਕਰਕੇ ਦਿਓ। ਤਾਂ ਅਸੀਂ ਇਸ ਵਿਧੀ ਨੂੰ ਸਮਝਦੇ ਹਾਂ ਪਹਿਲਾਂ ਇੱਕ ਐਗਜ਼ਾਮਪਲ ਦੇ ਥਰੂ। एक्सरसाइज 3.4 ਦਾ ਫਸਟ ਕੁਐਸਚਨ ਦਾ ਸੈਕੰਡ ਪਾਰਟ ਹੈ। ਫਸਟ ਕੁਐਸਚਨ ਦਾ ਸੈਕੰਡ ਪਾਰਟ ਦੋ ਇਕੁਏਸ਼ਨਸ ਮੈਂ ਲਿਖ ਰਿਹਾ 3x 4y 10 3x 4y 10 2x 2y 2 2x 2y 2 ਇਹ ਸਾਡੇ ਕੋਲੇ ਦੋ ਇਕੁਏਸ਼ਨਸ ਨੇ। ਅਸੀਂ ਇਹਨਾਂ ਨੂੰ ਵਿਲੋਪਨ ਵਿਧੀ ਨਾਲ ਹੱਲ ਕਰਨਾ ਹੈ। ਵਿਲੋਪਨ ਵਿਧੀ ਦਾ ਮਤਲਬ ਇਹ ਹੁੰਦਾ ਹੈ ਕਿ ਆਈਦਰ x ਨੂੰ ਜਾਂ y ਨੂੰ ਅਸੀਂ ਖਤਮ ਕਰ ਦਈਏ ਸੋ ਦੈਟ ਸਾਡੇ ਕੋਲੇ ਇੱਕ ਚੀਜ਼ ਬਚੇ, ਜਾਂ ਤਾਂ x ਬਚੇ ਜਾਂ y ਬਚੇ। ਇਸ ਦਾ ਸਭ ਤੋਂ ਈਜ਼ੀ ਮੈਥਡ ਕੀ ਹੈ? ਸਭ ਤੋਂ ਸਿੰਪਲ ਜੋ ਮੈਥਡ ਹੈ ਉਹ ਇਹ ਹੈ ਕਿ ਅਸੀਂ ਪਹਿਲੀਆਂ ਜਿਹੜੀਆਂ ਦੋ सेम x वाली रकमां ने इन्हां नूं असीं सेम करना। मतलब सिंपल मैथड मैं तुहानूं समझा दूं। पहली रकम दे नाल देखो x नाल 3 लग्या हुआ है और इस रकम दे विच इस इक्वेशन च x नाल 2 लग्या हुआ है। तां इस इक्वेशन नूं मैं की करदा, आ वाली जिहड़ी इक्वेशन है इस नूं मैं मल्टीप्लाई कर देना जो इस इक्वेशन दे x नाल लग्या हुआ है। देखो 2 ना गुणा 2 करूंगा। मैं तो सिर्फ साइड ते लिख के दिखाया है, आप गुणा हले करांगे। इस इक्वेशन ਨੂੰ मैं गुणा करूंगा किस दे नाल? जो इस x ਦੇ ਨਾਲ ਲੱਗਿਆ ਹੋਇਆ ਉਹ ਲੱਗਿਆ ਹੋਇਆ 3। ਧਿਆਨ ਨਾਲ ਦੇਖਿਓ, ਇਸ ਇਕੁਏਸ਼ਨ ਨੂੰ ਮੈਂ ਪੂਰੀ ਇਕੁਏਸ਼ਨ ਨੂੰ ਗੁਣਾ ਕਰੂੰਗਾ। ਇਹ ਜੋ x ਦੇ ਨਾਲ ਲੱਗਿਆ ਹੋਇਆ 2 ਇਹਦੇ ਨਾਲ ਗੁਣਾ ਕਰਤਾ और इस इक्वेशन ਨੂੰ मैं गुणा करूंगा इस x ਦੇ ਨਾਲ ਜੋ ਲੱਗਿਆ ਹੋਇਆ 3। ਇੱਥੇ ਮੈਂ ਮਲਟੀਪਲਾਈ ਕਰਤਾ। ਆਪਣਾ ਟਾਰਗੇਟ ਕੀ ਹੈ ਕਿ ਜਿਹੜੇ ਆਹ ਪਹਿਲੇ ਦੋ x ਨੇ ਇਸ ਦੇ ਵਿੱਚ ਵੀ x ਵਾਲੀ ਰਕਮ ਤੇ ਇਸ ਦੇ ਵਿੱਚ ਵੀ x ਵਾਲੀ ਰਕਮ ਦੋਨਾਂ ਦੇ ਅੱਗੇ ਸੇਮ ਜੋ ਹੈ ਨੰਬਰ ਆ ਜਾਵੇ। ਇਹਦੇ ਅੱਗੇ ਵੀ ਸੇਮ ਨੰਬਰ ਆ ਜਾਏ, ਇਹਦੇ ਅੱਗੇ ਵੀ ਸੇਮ ਨੰਬਰ ਆ ਜਾਏ। ਹੁਣ ਦੇਖੋ ਜਦੋਂ ਅਸੀਂ ਪੂਰੀ ਇਕੁਏਸ਼ਨ ਨੂੰ 2 ਨਾਲ ਮਲਟੀਪਲਾਈ ਕਰਾਂਗੇ, ਆਪਾਂ ਰਫ ਚ ਕਰਕੇ ਦੇਖ ਲੈਂਦੇ ਆ ਜਾਂ ਆਪਾਂ ਇੱਥੇ ਫੇਰ ਦੇ ਵਿੱਚ ਹੀ ਕਰਦੇ ਆ। 2 ਨਾਲ ਮਲਟੀਪਲਾਈ ਕਰ ਰਹੇ ਨੇ ਪੂਰੀ ਇਕੁਏਸ਼ਨ ਨੂੰ। 3x 4y बराबर है 10। इस पूरी इक्वेशन को मैं 2 नाल मल्टीप्लाई करता। तो जो मैं 2 नाल मल्टीप्लाई करूंगा तो 2 ਨੂੰ मैं 3x ਨਾਲ गुणा करूंगा तो आएगा 6x प्लस 2 ਨੂੰ मैं 4y ਨਾਲ गुणा करूंगा ये आएगा 8y बराबर है 2 ਨੂੰ मैं 10 ਨਾਲ गुणा करूंगा ये आएगा 20। पूरी इक्वेशन ਨੂੰ मैंने 2 ਨਾਲ गुणा किया तो ये आया 6x 8y बराबर है 20। ਹੁਣ ਇਸੇ ਤਰ੍ਹਾਂ ਆ ਜਿਹੜੀ ਇਕੁਏਸ਼ਨ ਹੈ ਇਸ ਨੂੰ ਮੈਂ 3 ਨਾਲ ਗੁਣਾ ਕਰੂੰਗਾ। ਜਦੋਂ ਮੈਂ 3 ਨਾਲ ਮਲਟੀਪਲਾਈ ਕਰੂੰਗਾ ਤਾਂ ਕੱਲੀ ਕੱਲੀ ਚੀਜ਼ ਇਕੁਏਸ਼ਨ ਦੀ 3 ਨਾਲ ਮਲਟੀਪਲਾਈ ਹੋ ਜਾਏਗੀ। ਤਾਂ ਅਸੀਂ ਦੇਖਦੇ ਹਾਂ 3 ਨੂੰ ਜਦੋਂ ਮੈਂ 2x ਨਾਲ ਗੁਣਾ ਕੀਤਾ ਆਪਾਂ ਲਿਖ ਸਕਦੇ ਹਾਂ 3 ਨਾਲ ਮੈਂ ਗੁਣਾ ਕਰੂੰਗਾ ਇਹ ਸਾਰੀ ਇਕੁਏਸ਼ਨ। ਇਹ ਕੀ ਹੈ 2x 2y ਬਰਾबर है 2। ਤਾਂ 3 ਨੂੰ ਮੈਂ ਮਲਟੀਪਲਾਈ ਕਰਦਾ ਸਾਰੀ ਇਕੁਏਸ਼ਨ ਨਾਲ ਤਾਂ 3 ਗੁਣਾ 2x ਇਹ ਬਣ ਗਿਆ 6x। 3 गुणा -2y -6y बराबर है 3 गुणा 2 6। ये इक्वेशन की बन गई 6x 6y बराबर है 6। ਜਦੋਂ ਅਸੀਂ ਇਹ ਚੀਜ਼ ਕੀਤੀ ਤਾਂ ਹੋਇਆ ਕਿ ਦੋਨੋਂ ਇਕੁਏਸ਼ਨਸ ਦਾ ਜਿਹੜਾ ਅਗਲੀ ਵੈਲਿਊ ਹੈ x ਦੇ ਨਾਲ ਵਾਲਾ ਜਿਹੜਾ ਨੰਬਰ ਲਿਖਿਆ ਹੋਇਆ ਉਹ ਸੇਮ ਆ ਗਿਆ, ਬਿਲਕੁਲ ਸੇਮ ਆ ਗਿਆ। ਇਹ ਆਪਾਂ ਨੂੰ ਤਾਂ ਸਾਰਾ ਕੁਝ ਕਰਨਾ ਪਿਆ ਤਾਂ ਕਿ ਅਸੀਂ ਇਹ ਜੋ ਨੰਬਰ ਹੈ ਉਹ ਸੇਮ ਲੈ ਕੇ ਆ ਸਕੀਏ। ਹੁਣ ਅਸੀਂ ਕੀ ਕਰਾਂਗੇ ਇਸ ਇਕੁਏਸ਼ਨ ਚੋਂ ਇਸ ਇਕੁਏਸ਼ਨ ਨੂੰ ਘਟਾ ਦਾਂਗੇ। ਇਸ ਇਕੁਏਸ਼ਨ ਚੋਂ ਇਸ ਨੂੰ ਮੰਨ ਲੈਣਾ ਇਕੁਏਸ਼ਨ ਨੰਬਰ 1, ਇਸ ਨੂੰ ਮੰਨ ਲੈਣਾ ਇਕੁਏਸ਼ਨ ਨੰਬਰ 2। सबट्रैक्टिंग 2 from 1
ਪਹਿਲੀ ਚੋਂ ਮੈਂ ਦੂਜੀ ਨੂੰ ਘਟਾਉਂਗਾ। ਜਦੋਂ ਅਸੀਂ ਘਟਾਉਂਦੇ ਆ, ਜਿਵੇਂ ਮੈਂ ਕਹਿੰਦਾ 10 ਚੋਂ ਮੈਂ 5 ਨੂੰ ਘਟਾਣਾ ਹੈ, ਤਾਂ ਮੈਂ 5 ਦਾ ਸਾਈਨ ਮਾਈਨਸ ਕਰਦਾ ਹਾਂ, ਮਾਈਨਸ ਲਿਖ ਦੇਣਾ। ਇਸੇ ਤਰ੍ਹਾਂ ਜਦੋਂ ਇਸ ਰਕਮ ਨੂੰ ਘਟਾਣਾ ਹੈ ਤਾਂ ਸਾਈਨ ਜਿਹੜਾ ਪਲੱਸ ਵਾਲਾ ਹੁੰਦਾ ਉਹ ਮਾਈਨਸ ਦਾ ਹੋ ਜਾਂਦਾ, ਜਿਹੜਾ ਮਾਈਨਸ ਵਾਲਾ ਹੁੰਦਾ ਉਹ ਪਲੱਸ ਦਾ ਹੋ ਜਾਂਦਾ। ਤਾਂ ਮੈਂ ਕੀ ਕਰ ਰਿਹਾ, 6x ਚੋਂ ਇਸ 6x ਨੂੰ ਘਟਾਣਾ ਹੈ। ਇਹ ਸਾਰੀ ਰਕਮ ਦੇ ਜਿਹੜੇ ਸਾਈਨ ਨੇ ਇਹ ਕੀ ਕਰਾਂਗੇ, ਆਪਾਂ ਉਲਟ ਕਰ ਦਾਂਗੇ। ਇਹ ਪਲੱਸ ਵਾਲਾ ਹੈ ਮਾਈਨਸ, ਇਹ ਮਾਈਨਸ ਵਾਲਾ ਹੈ ਪਲੱਸ, 6 ਅੱਗੇ ਪਲੱਸ ਹੈ ਤਾਂ ਇਹ ਮਾਈਨਸ। ਤਾਂ ਹੁਣ ਇਸ ਨੂੰ ਅਸੀਂ ਘਟਾਉਂਦੇ ਹਾਂ। 6x ਮਾਈਨਸ 6x ਪੜਿਆ ਜਾਏਗਾ, 6x ਮਾਈਨਸ 6x ਇਹ ਖਤਮ ਹੋ ਜਾਂਦਾ, 0 ਹੋ ਜਾਂਦਾ ਹੈ। 8y plus 6y 14y, 8y plus 6y बराबर होता है 14y is equal to 20 minus 6, 20 चो मैं माइनस करना है 6, ये आ गया 14। तो y की वैल्यू की आ गई, y नाल 14 गुणा दे विच है, उधर जाके की हो जाएगा भाग दे विच, आपस कटिंग होगी, y की जो वैल्यू आ गई वो आ गई 1, मींस y की वैल्यू आ गई 1। तो ਜਿਹੜੀ ਆ ਵਾਲੀ ਇਕੁਏਸ਼ਨ ਸੀ 3x 4y बराबर है 10, ਇਸ ਦੇ ਵਿੱਚ ਇਸ ਇਕੁਏਸ਼ਨ 'ਚ ਮੈਂ y ਦੀ ਵੈਲਿਊ ਭਰ ਲਵਾਂ, ਕਿਸੇ ਵੀ ਚਾਹੇ ਇਸ ਭਰ ਲਓ ਚਾਹੇ ਇਹਦੇ ਵਿੱਚ ਭਰ ਲਓ। ਪਹਿਲੀ ਚੀਜ਼ ਭਰ ਲੈਂਦੇ ਹਾਂ, 3x 4y बराबर है 10, y ਦੀ ਵੈਲਿਊ 1 ਹੈ, ਤਾਂ ਮੈਂ ਕੀ ਕੀਤਾ, 3x 4 गुना 4 गुना y है तो 4 गुना 1 बराबर है 10। तो 3x प्लस 4 गुना 1 की होता है 4 बराबर है 10। तो 3x बराबर आ गया 10, एक प्लस 4 उधर जाके हो गया माइनस 4, 3x बराबर आ गया 6, तो x बराबर है 6 बटा 3, क्योंकि x नाल 3 गुणा दे विच सी, उधर जाके की हो गया है भाग दे विच हो गया। x बराबर है 3 एकम 3 दूनी 6, तो x की वैल्यू की आ गई 2 आ गई। ਤਾਂ ਅਸੀਂ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਕਿਵੇਂ ਹੱਲ ਕੀਤਾ, ਐਲੀਮੀਨੇਸ਼ਨ ਮੈਥਡ ਦੇ ਨਾਲ ਹੱਲ ਕੀਤਾ। y ਦੀ ਵੈਲਿਊ 1 ਭਰ ਲਈ, x ਦੀ ਵੈਲਿਊ 2 ਭਰ ਲਈ, ਔਰ ਤੁਸੀਂ ਇੱਥੇ ਭਰ ਕੇ ਦੇਖੋਗੇ y ਦੀ ਵੈਲਿਊ 1 फाइंड कर ली, x ਦੀ ਵੈਲਿਊ 2 फाइंड कर ली, और ਤੁਸੀਂ ਇੱਥੇ ਭਰ ਕੇ ਦੇਖੋਗੇ ਤੁਹਾਨੂੰ ਨਜ਼ਰ ਆਏਗਾ ਕਿ सेम साडा इक्वेशन जो है मैच होगी। 3 गुना x मतलब x की वैल्यू 2 है, 3 दूनी 6 प्लस 4 गुना y, y की वैल्यू 1 है, 4 एकम 4, 6 प्लस 4 बराबर है 10। इट मीन साडियां वैल्यूज मैच कर गईयां, साडियां जो वैल्यूज ने बिल्कुल सही निकलियां ने। इसे टाइप दी आपां एक होर एग्जांपल लेने हैं। ईजीएस्ट मैथड है पेपर दे विच कोई भी क्वेश्चन सोल्व करने दा सब तो सौखा तरीका यही है, एलिमिनेशन मेथड। इक्वेशन को सोल्व करने दा x plus y is equal to 5। फर्स्ट पार्ट है फर्स्ट क्वेश्चन का, x plus y is equal to 5 and second है is equation 2x minus 3y is equal to 4। 2x minus 3y is equal to 4। ਹੁਣ ਅਸੀਂ ਕੀ ਕਰਾਂਗੇ, ਦੇਖੋ अपना टारगेट है इस अक्षर दे अगे, देखो x दे अगे कुछ नहीं लग्या होया, इट मींस 1 लग्या होया है, और इस x दे अगे 2 लग्या होया है। ਅਸੀਂ ਕੀ ਕਰਾਂਗੇ, इस पूरी रकम ਨੂੰ ਮਲਟੀਪਲਾਈ ਕਰ ਦਾਂਗੇ जो इस x ਦੇ ਨਾਲ ਲੱਗਿਆ ਹੋਇਆ, ਕੀ ਲੱਗਿਆ ਹੋਇਆ है 2, और इस पूरी रकम ਨੂੰ ਮਲਟੀਪਲਾਈ ਕਰ ਦਾਂਗੇ ਇਕੁਏਸ਼ਨ ਨੂੰ जो इस x ਦੇ ਨਾਲ ਲੱਗਿਆ ਹੋਇਆ, ਕੀ ਲੱਗਿਆ ਹੋਇਆ 1 का, x ਨਾਲ 1 ਲੱਗਿਆ ਹੋਇਆ। ਤਾਂ ਜਦੋਂ ਅਸੀਂ ਹੱਲ ਕਰਾਂਗੇ ਅਸੀਂ ਇੱਥੇ ਮਲਟੀਪਲਾਈ ਕਰਕੇ ਹੁਣ ਨੀਚੇ ਲਿਖਦੇ ਹਾਂ, 2 ਨੂੰ ਜਦੋਂ ਮੈਂ ਮਲਟੀਪਲਾਈ ਕਰੂੰਗਾ ਤਾਂ ਸਾਰੀ ਇਕੁਏਸ਼ਨ ਨਾਲ ਮਲਟੀਪਲਾਈ ਹੋਵੇ, ਤਾਂ 2 ਗੁਣਾ x ਇੱਥੇ ਲਿਖਾਂਗੇ 2x प्लस 2 गुणा y 2y बराबर है 2 गुणा 5 10। ये बन गई इक्वेशन नंबर 1। अच्छा 2x गुणा 1 नाल गुणा करांगे तो 2x का 2x रह जाएगा, माइनस 3y गुणा 1 माइनस 3y बराबर है 4 गुणा 1 4। इक्वेशन नंबर 2 आ गई। इक्वेशन नंबर 1 एंड इक्वेशन नंबर ਅਸੀਂ 2 बना लिया। ਹੁਣ ਕੀ ਲਿਖਾਂਗੇ, सबट्रैक्टिंग 2 from 1। ਦੂਜੀ ਇਕੁਏਸ਼ਨ ਨੂੰ ਪਹਿਲੀ ਇਕੁਏਸ਼ਨ ਚੋਂ ਮਾਈਨਸ ਕਰੋ। ਜਦੋਂ ਮਾਈਨਸ ਕਰਦੇ ਆ ਅਸੀਂ ਸਾਰੇ ਸਾਈਨ ਚੇਂਜ ਕਰ ਦਿੰਦੇ ਹੁੰਦੇ ਆ,
ਤਾਂ ਇਹ ਸਾਈਨ ਪਲਸ ਦਾ ਹੈ ਮਾਈਨਸ ਦਾ, ਇਹ ਮਾਈਨਸ ਵਾਲਾ ਹੈ ਪਲਸ ਦਾ, ਇਹ ਪਲਸ ਦਾ ਹੈ ਮਾਈਨਸ ਦਾ, ਔਰ ਹੁਣ ਅਸੀਂ ਘਟਾਵਾਂਗੇ 2x ਮਾਈਨਸ 2x ਆਪਸ ਦੇ ਵਿੱਚ ਕਟਿੰਗ ਹੋਗੀ 2y plus 3y ਇਹ ਹੋ ਗਿਆ 5y 2y plus 3y बराबर है 5y is equal to 10 minus 4 10 minus 4 ये हो गया 6 तो y ਦੀ वैल्यू आ गई 6/5 क्योंकि 5 गुणा सी उधर जाके भाग दे विच हो गया। हुण x ਦੀ वैल्यू फाइंड करनी है y ਦੀ वैल्यू ਨੂੰ ਕਿਸੇ ਵੀ ਇਕੁਏਸ਼ਨ ਚ ਅਸੀਂ ਫਿਲ ਕਰ ਸਕਦੇ ਹਾਂ। ਅਸੀਂ ਪਹਿਲੀ ਇਕੁਏਸ਼ਨ ਚ ਫਿਲ ਕਰ ਦਿੰਦੇ ਹਾਂ x plus y is equal to 5 है y ਦੀ ਵੈਲਿਊ ਨੂੰ ਫਾਈਂਡ ਕੀਤੀ ਹੈ 6/5 ਤਾਂ x plus 6/5 ਬਰਾबर है 5 ਦੇ ਤਾਂ x ਦੀ ਵੈਲਿਊ ਆ ਗਈ 5 ਇਹ plus 6/5 ਉਧਰ ਹੈ ਕੀ ਹੋ ਜਾਏਗਾ -6/5 -6/5 ਤਾਂ x ਆ ਗਿਆ ਇੱਥੇ ਅਸੀਂ 1 ਲਗਾ ਸਕਦੇ ਹਾਂ ਤਾਂ ਦੋਨੋਂ 1 ਤੇ 5 ਦਾ ਜੋ LCM ਹੁੰਦਾ ਹੈ ਉਹ ਹੁੰਦਾ ਹੈ 5 1 ਗੁਣਾ 5 1 ਨੂੰ ਮੈਂ 5 ਨਾਲ ਗੁਣਾ ਕੀਤਾ ਤਾਂ 5 ਬਣਿਆ ਉੱਪਰ ਵੀ ਨਿਊਮਰੇਟਰ ਨੂੰ ਵੀ ਮੈਂ 5 ਨਾਲ ਗੁਣਾ ਕਰੂੰਗਾ ਤਾਂ 5 ਗੁਣਾ 5 25 then minus 5 एकम 5 ਤਾਂ 6 एकम 6 क्योंकि 5 ਦਾ ਅਸੀਂ 5 ਹੀ ਰੱਖਿਆ ਤਾਂ 6 ਦਾ ਅਸੀਂ 6 ਲਿਖਾਂਗੇ ਇੱਥੇ 1 ਨੂੰ 5 ਨਾਲ ਗੁਣਾ ਕੀਤਾ ਸੀ ਤਾਂ 5 ਬਣਾਇਆ ਸੀ ਉੱਪਰਲੀ ਰਕਮ ਨੂੰ ਵੀ 5 ਨਾਲ ਗੁਣਾ ਕਰਕੇ ਮੈਂ 5 5 25 ਬਣਾਤਾ ਤਾਂ x ਦੀ ਵੈਲਿਊ ਆ ਗਈ 25 - 6 19 बटा 5 इस तरह ਅਸੀਂ x ਦੀ ਵੈਲਿਊ ਫਾਈਂਡ ਕਰ ਲਈ y ਦੀ ਵੈਲਿਊ ਸੀ 6/5 एंड x ਦੀ ਵੈਲਿਊ ਹੈ 19/5 ਸੋ ਇਸ ਤਰੀਕੇ ਨਾਲ ਅਸੀਂ ਵਿਦ ਦ ਹੈਲਪ ਆਫ ਐਲੀਮੀਨੇਸ਼ਨ ਮੈਥਡ x ਦੀ ਤੇ y ਦੀ ਜੋ ਵੈਲਿਊਜ਼ ਹੈ ਉਹ ਫਾਈਂਡ ਕਰ ਲਈ। ਥਰਡ ਅਸੀਂ ਇੱਕ ਹੋਰ ਐਗਜ਼ਾਮਪਲ ਆਪਾਂ ਇਸ ਟਾਈਪ ਦੀ ਦੇਖਦੇ ਹਾਂ। क्वेश्चन है थर्ड पार्ट 3x minus 5y minus 4 थर्ड पार्ट है 3x minus 5y minus 4 is equal to 0 and is the second equation है 9x is equal to 2y plus 7 9x is equal to 2y plus 7 ਹੁਣ ਇਹ ਇਕੁਏਸ਼ਨਸ ਬਿਲਕੁਲ ਸਿੰਪਲ ਇਕੁਏਸ਼ਨਸ ਨੇ। ਇਸ ਨੂੰ ਸਿਰਫ ਐਗਜ਼ਾਮੀਨਰ ਨੇ ਸਟੂਡੈਂਟਸ ਨੂੰ ਉਲਝਾਉਣ ਲਈ ਕੀ ਕੀਤਾ ਇਸ ਇਕੁਏਸ਼ਨ ਚ ਤਿੰਨੋਂ ਚੀਜ਼ਾਂ ਇੱਕ ਪਾਸੇ ਰੱਖਤੀਆਂ ਬਰਾਬਰ ਹੈ 0 ਲਿਖਤਾ। ਇਸ ਇਕੁਏਸ਼ਨ ਚ is equal to ਦਾ ਸਾਈਨ ਚੱਕ ਕੇ ਵਿਚਕਾਰ ਲਿਆ ਹੈ 9x ਵਾਲੀ ਇੱਧਰ ਰੱਖਤੀ y ਵਾਲੀਆਂ ਉਧਰ ਚਲੀਆਂ ਗਈਆਂ ਤਾਂ ਉਹ ਚੀਜ਼ ਕੀ ਹੈ ਸਭ ਤੋਂ ਪਹਿਲਾਂ ਅਸੀਂ ਦੋਨੋਂ ਇਕੁਏਸ਼ਨਸ ਨੂੰ ਆਪਸ ਦੇ ਵਿੱਚ ਸਹੀ ਕਰਾਂਗੇ। ਆਪਾਂ ਨੂੰ ਪਤਾ ਇਕੁਏਸ਼ਨ ਅਸੀਂ ਕਿਵੇਂ ਲਿਖਦੇ ਹਾਂ ਆ ਜਿਹੜੀ ਇਕੁਏਸ਼ਨ ਹੈ 3x 5y 4 ਬਰਾਬਰ ਹੈ 0 ਇਸ ਨੂੰ ਪਹਿਲਾਂ ਅਸੀਂ ਠੀਕ ਕਰਾਂਗੇ। ਇਸ ਨੂੰ ਕਿਵੇਂ ਲਿਖਾਂਗੇ ਇਸ ਨੂੰ ਲਿਖਾਂਗੇ 3x 5y ਬਰਾਬਰ ਹੈ ਆ -4 ਉਧਰ ਜਾ ਕੇ ਕੀ ਹੋ ਜਾਏਗਾ +4 क्योंकि ਅਸੀਂ ਉਧਰ 0 ਨਹੀਂ ਰੱਖਾਂਗੇ ਇਸ ਕੁਐਸਚਨ ਨੂੰ ਸੋਲਵ ਕਰਨ ਵੇਲੇ ਉਧਰ ਜਾ ਕੇ ਅਸੀਂ ਕੀ ਕਰਾਂਗੇ +4 ਦਾ ਕਰਤਾ -4 ਨੂੰ ਅਸੀਂ +4 ਬਣਾਤਾ। ਐਵੇਂ ਹੀ 9x x ਵਾਲੀ ਰਕਮ ਵੀ ਅਸੀਂ ਇੱਧਰ ਰੱਖਾਂਗੇ y ਵਾਲੀ ਵੀ ਅਸੀਂ ਲੈਫਟ ਸਾਈਡ ਤੇ ਰੱਖਾਂਗੇ ਇਹ ਉਧਰ ਜਾ ਕੇ 2y ਪਲੱਸ ਦਾ ਹੈ ਇੱਧਰ ਆ ਕੇ -2y ਹੋ ਗਿਆ ਬਰਾਬਰ ਹੈ ਅਸੀਂ 7 ਨੂੰ ਨਹੀਂ ਬਿਲਕੁਲ ਛੇੜਾਂਗੇ ਉਹ ਉੱਥੇ ਦਾ ਉੱਥੇ ਪਿਆ ਰਹਿ ਜਾਏਗਾ ਤਾਂ 9x - 2y ਬਰਾਬਰ ਹੈ 7। ਹੁਣ ਸਾਡੇ ਕੋਲ ਇਹ ਦੋ ਇਕੁਏਸ਼ਨਸ ਤਿਆਰ ਹੋ ਗਈਆਂ। ਸਿੰਪਲ ਉਹੀ ਪ੍ਰੋਸੈਸ ਹੈ। ਹੁਣ ਦੇਖੋ ਇਸ ਕੁਐਸਚਨ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਸਾਡਾ ਟਾਰਗੇਟ ਇਹ ਨਹੀਂ ਹੈ ਕਿ ਅਸੀਂ ਇਸ ਨੂੰ ਹੀ ਇਹਦੇ ਨਾਲ ਗੁਣਾ ਕਰਨਾ ਹੈ ਤੇ ਇਸ ਨੂੰ ਹੀ ਇਹਦੇ ਨਾਲ ਗੁਣਾ ਕਰਨਾ ਹੈ ਇਹ ਸਾਡਾ ਟਾਰਗੇਟ ਨਹੀਂ ਹੈ ਇਹ ਇੱਕ ਮੈਥਡ ਹੈ। ਸਾਡਾ ਟਾਰਗੇਟ ਕੀ ਹੈ ਕਿ ਅਸੀਂ ਪਹਿਲੀਆਂ ਰਕਮਾਂ ਨੂੰ ਮੈਚ ਕਰਨਾ ਹੈ ਸੇਮ ਬਣਾਉਣਾ ਹੈ। ਤਾਂ ਜੇਕਰ ਇਸ ਇਕੁਏਸ਼ਨ ਨੂੰ ਮੈਂ ਸਿਰਫ 3 ਨਾਲ ਗੁਣਾ ਕਰਦਾ ਤਾਂ 3 ਨੂੰ 3x ਨਾਲ ਗੁਣਾ ਕਰਾਂਗੇ 9x ਆ ਜਾਏਗਾ ਤਾਂ ਇਸ ਨੂੰ ਕਿਸੇ ਚੀਜ਼ ਨਾਲ ਗੁਣਾ ਕਰਨ ਦੀ ਆਪਾਂ ਨੂੰ ਲੋੜ ਨਹੀਂ ਪੈਣੀ ਚਾਹੀਦੀ। ਸਿੰਪਲ ਆਪਣਾ ਵੇ ਕੀ ਹੈ ਕਿ ਅਸੀਂ ਇਸ ਇਕੁਏਸ਼ਨ ਨੂੰ ਇਹ ਜਿਹੜਾ ਫਸਟ ਪਹਿਲੀ ਚੀਜ਼ ਹੈ ਉਸ ਨੂੰ ਅਸੀਂ ਇਹਦੇ ਵਰਗਾ ਬਣਾਉਣਾ ਹੈ ਤਾਂ 3x ਨੂੰ ਜੇ ਮੈਂ 9x ਬਣਾਉਣਾ ਹੈ ਤਾਂ ਮੈਨੂੰ 3 ਨਾਲ ਮਲਟੀਪਲਾਈ ਕਰਨਾ ਪਏਗਾ ਤਾਂ ਮੈਂ ਕੀ ਕਰਦਾ ਇਹ ਸਾਰੀ ਰਕਮ ਨੂੰ 3 ਨਾਲ ਮਲਟੀਪਲਾਈ ਕਰ ਦਿੰਦਾ
और मल्टीप्लाई करके इथे लिख देना। पूरी रकम मैं 3 नाल मल्टीप्लाई करना, 3 गुना 3x 9x, 3 गुना -5y -15y बराबर है 3 गुना 4 12। ये तो बन गई इक्वेशन नंबर 1। दूजी इक्वेशन ਨੂੰ ਮੈਨੂੰ ਕਿਸੇ ਨਾਲ ਮਲਟੀਪਲਾਈ ਕਰਨ ਦੀ ਲੋੜ ਨਹੀਂ, ਕਿਉਂਕਿ ਉਹਦੇ ਅੱਗੇ ਤਾਂ ਪਹਿਲਾਂ ਹੀ ਅਸੀਂ ਸਾਡੇ ਕੋਲੇ 9 ਹੈ, x ਦੇ ਨਾਲ 9 ਲੱਗਿਆ ਹੋਇਆ ਹੈ, ਸਾਨੂੰ ਕਿਸੇ ਨਾਲ ਮਲਟੀਪਲਾਈ ਕਰਨ ਦੀ ਲੋੜ ਨਹੀਂ ਹੈ। ਹੁਣ ਅਸੀਂ ਕੀ ਕਰਾਂਗੇ, ਸਿੰਪਲ ਇਸ ਨੂੰ ਮਾਈਨਸ ਕਰਾਂਗੇ, a ਮਾਈਨਸ a प्लस a माइनस 9x माइनस 9x एक खत्म, माइनस 15y प्लस 2y माइनस 15y प्लस 2y, एक माइनस का है एक प्लस का है, तो वड्डे चों ਅਸੀਂ छोटा घटावांगे, 15 चों 2 घटाए 13y 13y। साइन ਕਿਹੜਾ ਲੱਗੂ, ਜਿਹੜਾ ਵੱਡੇ ਅੱਗੇ ਸੀ, ਵੱਡਾ ਕੌਣ ਸੀ 15y, ਇਹਦੇ ਕੀ ਲੱਗਿਆ ਸੀ ਮਾਈਨਸ, ਤਾਂ ਮਾਈਨਸ 13y ਇਜ਼ ਇਕੁਅਲ ਟੂ 12 माइनस 7, ये ਹੁੰਦਾ है जी 5, 12 चो 7 कटे 5 आ गया, तो y की वैल्यू आ गई 5 बटा माइनस 13। आ माइनस 13 ਨੂੰ ਜਿਹੜਾ ਹੈ ਅਸੀਂ ਉੱਪਰ ਵੀ ਲਿਖ ਸਕਦੇ ਆ, ਇਹ ਮਲਟੀਪਲਾਈ ਚ ਸੀ नीचे जाके भाग हो गया, y की वैल्यू आ गई -5 बटा 13। ਹੁਣ ਇਸ ਵੈਲਿਊ ਨੂੰ ਅਸੀਂ ਕੀ ਕਰਦੇ ਆ, ਕਿਸੇ ਵੀ ਇੱਕ ਇਕੁਏਸ਼ਨ ਚ, ਇਕੁਏਸ਼ਨ ਆਪਣੀ ਹੈ ਆਈਦਰ ਇਸ ਚ ਭਾਗ ਦੂੰ ਜਾਂ ਇਹਦੇ ਵਿੱਚ ਭਾਗ ਦੂੰ, ਅਸੀਂ ਇਹਦੇ ਨਾਲ वैल्यू फाइंड कर लेंगे। इस इक्वेशन को ਅਸੀਂ ठीक करके कितने लिखा हुआ है, ਇੱਥੇ ਲਿਖਿਆ ਹੋਇਆ, ਤਾਂ ਅਸੀਂ ਇਸ ਇਕੁਏਸ਼ਨ ਚ ਭਰਦੇ ਹਾਂ 3x 5y बराबर है 4, 3x 5y बराबर है 4, ये इक्वेशन सेम इक्वेशन है, बस -4 को उसके ऊपर +4 करके रखा हुआ है। y की वैल्यू -5 बटा 13 पर है, y की वैल्यू देखो 3x था 3x -5 गुना y की था मैं करूंगा -5 बटा 13, इसमें ब्रैकेट्स लिख लेना -5 बटा 13, ताकि ਆਪਾਂ ਨੂੰ आसानी रहे, बाकी सारा कुछ सेम है। 5 गुना y इट मींस 5 गुना y की था मैं -5 गुना 13 भरता, ਤਾਂ ਇਹ ਬਣਿਆ 3x -5 गुना -5। देखो ਆਪਾਂ ਕੀਤਾ होया किसी भी चीज ਨੂੰ दो चीजों ਨੂੰ ਅਸੀਂ मल्टीप्लाई करते हैं, -5 गुना -5 5 25 माइनस गुना माइनस प्लस, तब -5 गुना -5 प्लस 25 बटा 13, -5 गुना -5 बटा 13, तो प्लस 25 बटा 13 इज इक्वल टू 4। इसका सी सॉल्यूशन कर रहे हो, तो ਇਹਦੇ ਥੱਲੇ 13 है प्लस 25 बटा 13, तो 3x की वैल्यू की आएगी, 4 उधर पे है, अब प्लस 25 बटा 13 उधर जाके हो जाएगा -25 बटा 13, क्योंकि इधर प्लस था सी उधर जाके माइनस था हो गया। 3x की वैल्यू आ गई, इसमें मैं 4 बटा 1 लिख सकता, क्योंकि कला 4 है, नीचे 1 लेके आ सकता। दोनों का एलसीएम 1 ते 13 का एलसीएम होगा 13, ये अपन पता है। तो 13 1 ਨੂੰ मैं 13 ਨਾਲ गुणा किया, तो ऊपरली रकम ਨੂੰ भी मैं 13 ਨਾਲ गुणा करूंगा, तो मैं लिखूंगा 4 गुना 13। अच्छा देन माइनस था ते माइनस 13 ਨੂੰ मैं 1 ਨਾਲ गुणा किया, ताही 13 है, 13 एकम 13, तो ऊपरली रकम ਨੂੰ भी मैं 1 ਨਾਲ ही गुणा करूंगा, 25 एकम 25, ये ਆਪਾਂ एलसीएम करना सीखे हो गया। 3x बराबर है 4 गुना 13, 13 चौका 52 माइनस 25 एकम 25 बटा 13, 3x की वैल्यू है 52 चो 25 घटाए, ये आया जी 27 बटा 13, 3x की वैल्यू 27 बटा 13। तो एक ही दसदा है x की वैल्यू जो है x नाल 3 गुणा दे विच है, उधर जाके की हो जाएगा भाग दे विच, तो 27 बटा 13 नीचे आ जाएगा, नीचे जाके ये 3 नीचे जाके गुणा होएगा, मतलब इस साइड दे भाग हो जाएगा, तो 3 नाल कटिंग होगी 27 दी, तो ये आ गया 9, 3 नाल 27 दी कटिंग हुई, तो ये आ गया 9, तो x की वैल्यू आ गई 9 बटा 13। सो y की वैल्यू है -5/13 एंड x की वैल्यू है 9/13। ये दो वैल्यूज ਅਸੀਂ फाइंड करनी ਸੀ। एक क्वेश्चन ਅਸੀਂ ਕਰਦੇ ਹਾਂ ਹੁਣ स्टेटमेंट वाला, स्टेटमेंट वाला क्वेश्चन करते हैं, जो कि एग्जाम के पॉइंट ऑफ व्यू नाल बहुत इंपॉर्टेंट है, एलिमिनेशन मैथड के थ्रू ही करांगे। ऐसे क्वेश्चन 6 मार्क्स दे विच
बोर्ड के एग्जाम के पूछे जाते हैं। क्वेश्चन है सेकंड नंबर क्वेश्चन का सेकंड पार्ट, एक्सरसाइज 3.4 सेकंड नंबर क्वेश्चन का सेकंड पार्ट। क्वेश्चन की है 5 years ago नूरी was thrice as old as सोनू। 5 साल पहला नूरी दी जेड़ी उम्र सी वो सोनू दी उम्र नालों 3 गुना ज्यादा सी। ये जो आपको स्टेटमेंट दिता हुआ, पहली गल आपको दो बच्चों के नाम दिते हुए, एक है नूरी और दूसरा है सोनू। तो आप लिखांगे मान लो, पहला आप लिखांगे अज दी उम्र, सपोज आपको करनी पऊगी अज दी उम्र। स्टेटमेंट की कहती है 5 साल पहला नूरी दी उम्र सोनू दी उम्र नालों 3 गुना ज्यादा सी। 10 साल बाद नूरी दी उम्र सोनू दी उम्र नालों 2 गुना ज्यादा होगी। स्टेटमेंट्स दिता होया आपको। हाउ ओल्ड आर नूरी एंड सोनू, नूरी ते सोनू हुण कितनी उम्र दे ने। आप लिख लेने आ, मान लो नूरी दी उम्र प्रेजेंट एज को आप कह दें बराबर है x। अज दी उम्र नूरी दी अज दी उम्र बराबर है x ते सोनू दी अज दी उम्र मान लेने असी y। नूरी दी उम्र है x एंड सोनू दी उम्र है y। हुण उसने की किया 5 साल पहला नूरी सोनू तो 3 गुना उम्र दी सी, थ्राइस दी एज। तो 5 साल पहला अपन उम्र लिखनी पड़ेगी। मान लो अज किसी की उम्र 13 साल है, अज प्रेजेंट एज किसी की 13 साल है। तो 5 साल पहला वो कितनी उम्र होनी सी, 13 चो मैं 5 घटाना 8 साल होनी सी। जिहदी उम्र अज 13 साल है 5 साल पहला 13 माइनस 5 8 साल। जिहदी उम्र अज 18 साल है 5 साल पहला 18 माइनस 5। जिहदी उम्र अज x साल है 5 साल पहला x माइनस 5। तो जो अज दी उम्र है उस चो मैं की कीता 5 साल नूं घटाता। तो ਅਸੀਂ लिखते हैं 5 साल पहला, 5 साल पहला। इत्थे ਅਸੀਂ लिखांगे नूरी दी उम्र अज दी उम्र नालों कितनी होएगी, अज x है x तो 5 ਅਸੀਂ घटा देने। ते सोनू दी उम्र y चो 5 घटा। ओके, ये होगी 5 साल पुरानी उम्र। अच्छा 5 साल पहला नूरी दी उम्र, मतलब नूरी दी उम्र x माइनस 5 है। ये की सी 3 गुना सी, स्टेटमेंट च लिखा होया अपन दिता होया 3 गुना सी किदी उम्र नालों, सोनू दी उम्र नालों। सोनू दी उम्र कितनी सी 5 साल पहला y माइनस 5। तो 5 साल पहला जो नूरी दी उम्र सी वो मैं आ कड्डी, सोनू दी उम्र मैं आ कड्डी। तो नूरी दी उम्र सोनू दी उम्र नालों 3 गुना ज्यादा सी। तो मैं सोनू दी उम्र को 3 नाल गुणा करता ताकि दोनों दी उम्र बराबर बराबर सी लिख सकी। नूरी दी उम्र सोनू दी उम्र नालों 3 गुना ज्यादा सी। तो इसमें मैं सोल्व करके एक इक्वेशन बनाना, x माइनस 5 बराबर है 3 गुना y 3y, 3 गुना माइनस 5 माइनस 15। तो हाँ x है आ 3y प्लस का इधर आके की हो जाएगा माइनस का। ਅਸੀਂ x ਤੇ y ਦੀਆਂ ਰਕਮਾਂ ਇੱਕ ਸਾਈਡ ਤੇ ਰੱਖ ਲੈਣੇ ਹੁੰਦੇ ਆ। उधर की है माइनस 15, ये माइनस 5 उधर है की हो जाएगा प्लस 5। तो x माइनस 3y बराबर है माइनस 15 प्लस 5 होता है माइनस 10। एक तो साडे कोल इक्वेशन ए बन, इक्वेशन नंबर 1। ओके, हुण वो की कह रहे हैं 10 साल बाद नूरी दी अज दी उम्र x है, 10 साल बाद नूरी दी उम्र कितनी होएगी x प्लस 10। जेकर अज x है तो 10 साल बाद x प्लस 10 होएगी। ते सोनू दी उम्र होएगी y प्लस 10। तो उसने स्टेटमेंट च होर की क्या है, उसने ये किया है कि नूरी दी उम्र सोनू दी उम्र नालों 10 साल बाद दुगनी होएगी। तो 10 साल बाद नूरी दी उम्र x प्लस 10 है, एक ही होएगी दुगनी कितने नालों, सोनू दी उम्र नालों जो 10 साल बाद होएगी y प्लस 10। तो x प्लस 10 बराबर है 2 गुना y प्लस 10। तो इसको ਅਸੀਂ सोल्व कर दिया।
x प्लस 10 बराबर है 2 गुना y 2y प्लस 2 गुना 10 v। तब x से y वाले एक साइड पे x का 2y इधर आके माइनस 2y बराबर है उधर v प्लस 10 उधर जाके माइनस 10 x माइनस 2y बराबर आ गया 10। ये साढ़े को बन गई इक्वेशन नंबर 2। x माइनस 3y बराबर है माइनस 10 और x माइनस 2y बराबर है 10। ये दो इक्वेशन ਨੂੰ ਅਸੀਂ एलिमिनेशन मेथड ਨਾਲ ਸੋਲਵ ਕਰਾਂਗੇ। ਆ ਪਹਿਲੀ ਇਕੁਏਸ਼ਨ ਹੈ, ਦੂਜੀ ਨੂੰ ਮੈਂ ਇਸ ਦੇ ਨੀਚੇ ਲੈ ਆਣਾ x 2y ਬਰਾबर है 10। ਇਹ ਇਕੁਏਸ਼ਨ ਨੰਬਰ 2 ਬਣ ਗਈ। ਹੁਣ ਅਸੀਂ ਕੀ ਕਰ ਰਹੇ ਹਾਂ, ਪਹਿਲੀ ਰਕਮ ਸੇਮ ਹੋਣੀ ਚਾਹੀਦੀ, ਇੱਥੇ ਪਹਿਲਾਂ ਹੀ ਸੇਮ ਹੈ, ਸਾਨੂੰ ਕੁਝ ਕਰਨ ਦੀ ਲੋੜ ਨਹੀਂ। एलिमिनेशन मेथड ਲਗਾਵਾਂਗੇ, ਇਸ ਨੂੰ ਸਾਈਨ ਦੂਜੀ ਚੋਂ ਪਹਿਲੀ ਚੋਂ ਅਸੀਂ ਦੂਜੀ ਰਕਮ ਘਟਾਣੀ ਹੈ ਤਾਂ ਅਸੀਂ ਲਿਖਾਂਗੇ a ਮਾਈਨਸ a ਪਲੱਸ a ਮਾਈਨਸ। ਅਸੀਂ ਪਹਿਲਾਂ ਇਹ ਮੈਥਡ ਕਰ ਚੁੱਕੇ ਹਾਂ। x माइनस x ये आपस में कटिंग होगी, माइनस 3y प्लस 2y, अब माइनस 3y है आ माइनस 2y इधर प्लस का बन गया तो प्लस 2y तो ये बन गया माइनस y माइनस 3y प्लस 2y। 3 चो 2 घटाया 1y माइनस 1y, साइन जो है बड़े वाला लगेगा माइनस 1y बराबर है माइनस 10 ये हो गया माइनस v। तो माइनस 1y बराबर है माइनस v। तब y किस दे बराबर है माइनस v बटा माइनस 1, माइनस नाल माइनस की कटिंग होगी, y की वैल्यू होगी 20। y की वैल्यू कितनी आ गई 20। सोनू की उम्र कितनी कटती असी 20 ते नूरी की उम्र देखो y की वैल्यू आ गई 20। तो आज की डेट च हुन x की वैल्यू फाइंड करनी है, असी y की 20 किसे च भी पुट कर लेंगे। देखो x माइनस 3 एक पहली क्वेश्चन च भर देना x माइनस 3y बराबर है माइनस 10। तो x माइनस 3 गुना y का मूल्य है 20 बराबर है माइनस 10। तो x माइनस 60 बराबर है x माइनस 60 बराबर है माइनस 10। तो x बराबर है माइनस 10, ये माइनस 60 हो जाएगा की हो जाएगा प्लस 60। माइनस 10 प्लस 60 की हो गया 50। x की वैल्यू आ गई 50। सो x की वैल्यू मतलब नूरी दी अज दी उम्र ਅਸੀਂ ਲਿਖਾਂਗੇ। सो नूरी दी उम्र नूरी दी प्रेजेंट एज हैगी 50 और सोनू दी अज दी उम्र है 20। और इसਨੂੰ ਤੁਸੀਂ ਕਿਸੇ ਵੀ ਕੰਡੀਸ਼ਨ ਚ ਪਾ ਕੇ ਦੇਖ ਲਓ, ਤੁਸੀਂ ਇਸ ਦਾ ਆਨਸਰ ਬਿਲਕੁਲ ਆਪਾਂ ਨੂੰ ਸਹੀ ਮਿਲੇਗਾ। ਚੈੱਕ ਕਰਕੇ ਦੇਖੋ ਉਸਤੇ ਕਿਹਾ ਸੀ ਕਿ 5 ਸਾਲ ਪਹਿਲਾਂ ਨੂਰੀ ਦੀ ਉਮਰ सोनू ਦੀ ਉਮਰ ਤੋਂ ਤਿੱਗਣੀ ਹੈ। 5 साल पहले ਇਹਦੀ ਉਮਰ ਕਿੰਨੀ ਸੀ, ਅੱਜ 50 ਹੈ, ਤਾਂ 5 ਸਾਲ ਪਹਿਲਾਂ 50 ਚੋਂ 5 ਘਟਾਇਆ ਨੂਰੀ ਦੀ ਉਮਰ 45 ਸਾਲ ਸੀ ਤੇ ਇਸ ਦੀ ਉਮਰ 20 ਚੋਂ 5 ਘਟਾਇਆ 5 ਸਾਲ ਪਹਿਲਾਂ 15 ਸਾਲ ਸੀ। ਤਾਂ 15 ਸਾਲ ਤੋਂ ਤਿੱਗਣਾ ਹੋ ਗਿਆ 45 ਸਾਲ। ਇਟ ਮੀਨਸ ਸਾਡਾ ਆਨਸਰ ਜੋ ਹੈ ਬਿਲਕੁਲ ਸਹੀ ਹੈ। ਸੋ ਇਸ ਤਰੀਕੇ ਨਾਲ ਅਸੀਂ ਇਕੁਏਸ਼ਨਸ ਬਣਾ ਕੇ ਵਿਦ ਦਾ ਹੈਲਪ ਆਫ ਐਲੀਮੀਨੇਸ਼ਨ ਮੈਥਡ ਇਸ ਨੂੰ ਅਸੀਂ ਸੋਲਵ ਕਰ ਸਕਦੇ ਹਾਂ। ਥੈਂਕ ਯੂ ਵੈਰੀ ਮਚ।